Students, good morning to all of you. I hope you're all safe. Welcome to our next video. Keep watching this short and sophisticated video till end to gain more knowledge. Let's start the video. ਆਪਾਂ ਕਰ ਸੀ unit 5 or been study 2 chapter 8 organizing and introduction. So today's topic is formal and informal organization and its difference. रस्मी ਤੇ गैर रस्मी संगठन ਤੇ ਅਸਥਿਰ ਅੰਤਰ। ਲੈਟਸ ਸਟਾਰਟ ਦਾ ਟੌਪਿਕ ਕਰਨ ਜਾ ਰਹੇ ਹਾਂ ਫਾਰਮਲ ਐਂਡ ਇਨਫਾਰਮਲ ਆਰਗੇਨਾਈਜੇਸ਼ਨ ਐਂਡ ਇਟਸ ਡਿਫਰੈਂਸ। ਸਭ ਤੋਂ ਪਹਿਲਾਂ ਆਪਾਂ ਆਰਗੇਨਾਈਜੇਸ਼ਨ ਦਾ ਮੀਨਿੰਗ ਰਿਵਾਈਜ਼ ਕਰਦੇ ਹਾਂ। ਆਰਗੇਨਾਈਜੇਸ਼ਨ ਤੋਂ ਕੀ ਭਾਵ ਹੈ? ਆਰਗੇਨਾਈਜ਼ਿੰਗ ਇਜ਼ ਏ ਫਰੇਮਵਰਕ। ਇਹ ਉਹ ਫਰੇਮਵਰਕ ਹੁੰਦਾ, ਇਹ ਉਹ ਢਾਂਚਾ ਹੁੰਦਾ ਵਿਚ ਪੁੱਟਸ ਆਲ ਦਾ ਪਲੈਨਸ, ਜਿਹੜੇ ਆਪਣੇ ਪਲੈਨਸ ਬਣਾਏ ਆ, ਪਲੈਨਸ ਪੋਲਿਸੀਜ਼ ਐਂਡ ਪ੍ਰੋਗਰਾਮਸ ਓਨਲੀ ਜਿਹੜੀਆਂ ਕਿ ਐਗਜ਼ਿਸਟੈਂਸ ਦੇ ਫੋਰਮ ਵਿੱਚ ਨਹੀਂ, ਜਿਹਨੂੰ ਆਪਾਂ ਲਾਗੂ ਨਹੀਂ ਕੀਤਾ, ਉਹਨਾਂ ਨੂੰ ਐਕਸ਼ਨ ਵਿੱਚ ਲਿਆਉਣ ਦੇ ਮਤਲਬ ਉਹਨਾਂ ਨੂੰ ਲਾਗੂ ਕਰਨ, ਇੰਪਲੀਮੈਂਟ ਕਰਨ ਵਿੱਚ ਆਪਾਂ ਨੂੰ ਆਰਗੇਨਾਈਜ਼ਿੰਗ ਮਦਦ ਕਰਦੀ ਹੈ, ਜਿਹੜੀ ਕਿ ਆਰਗੇਨਾਈਜੇਸ਼ਨ ਨੂੰ ਜਨਮ ਦਿੰਦੀ ਹੈ। ਅਤੇ ਇਸ ਵਿੱਚ ਬਾਏ ਸੈਟਿੰਗ ਕਿਹਦੀ ਮਦਦ ਨਾਲ ਕੀ ਕੀਤਾ ਜਾਂਦਾ? ਇਸ ਵਿੱਚ ਅਥੋਰਟੀ ਐਂਡ ਰਿਲੇਸ਼ਨਸ਼ਿਪ ਸੈਟਅਪ ਕੀਤੇ ਜਾਂਦੇ ਨੇ, ਆਰਗੇਨਾਈਜ਼ਿੰਗ ਸਟਰਕਚਰ ਬਣਾਇਆ ਜਾਂਦਾ ਹੈ ਅਤੇ ਡਿਵੀਜ਼ਨ ਆਫ ਲੇਬਰ ਕੀਤੀ ਜਾਂਦੀ ਹੈ। ਸੋ ਅੱਜ ਇਹਦੇ ਦੋ ਪਾਰਟ, ਜਿਹੜੀ ਫਾਰਮਲ ਆਰਗੇਨਾਈਜੇਸ਼ਨ ਰਸਮੀ ਸੰਗਠਨ, ਇਨਫਾਰਮਲ ਆਰਗੇਨਾਈਜੇਸ਼ਨ ਗੈਰ ਰਸਮੀ ਸੰਗਠਨ ਆਪਾਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਮੀਨਿੰਗ ਕਲੀਅਰ ਕਰਦੇ ਹਾਂ ਫਾਰਮਲ ਆਰਗੇਨਾਈਜੇਸ਼ਨ ਦਾ, ਜਿਸ ਰਸਮੀ ਸੰਗਠਨ ਦਾ। ਜਿਹੜਾ ਫਾਰਮਲ ਆਰਗੇਨਾਈਜੇਸ਼ਨ ਇਜ਼ ਅ ਸਟਰਕਚਰ, ਇੱਕ ਇਸ ਤਰ੍ਹਾਂ ਦਾ ਢਾਂਚਾ ਹੁੰਦਾ ਹੈ ਜਿਹੜਾ ਕਰਦਾ ਵਿਚ ਇਜ਼ ਵੈਲਡ ਮਤਲਬ ਪੈਦਾ ਕੀਤਾ ਜਾਂ ਬਣਾਇਆ ਜਾਂਦਾ ਹੈ, ਐਂਡ ਡਿਜ਼ਾਈਨਸ ਜਿਹਦੀ ਬਣਤਰ ਕੀਤੀ ਜਾਂਦੀ ਹੈ ਕਿਹਦੇ ਦੁਆਰਾ? ਬਾਏ ਦਾ ਮੈਨੇਜਮੈਂਟ, ਜਿਹਦੀ ਕਿ ਫੰਕਸ਼ਨਿੰਗ ਸਾਰੀ ਕਿਹਦੇ ਹੱਥ ਵਿੱਚ ਹੁੰਦੀ ਹੈ? ਮੈਨੇਜਮੈਂਟ ਦੇ। ਮੈਨੇਜਮੈਂਟ ਇਸ ਦਾ ਜਨਮਦਾਤਾ ਇਸ ਨੂੰ ਕਹਿ ਸਕਦੇ ਆਪਾਂ, ਉਸ ਨੂੰ ਕੀ ਕਹਿੰਦੇ? ਫਾਰਮਲ ਆਰਗੇਨਾਈਜੇਸ਼ਨ। ਕਿਹਦੇ ਵਾਸਤੇ ਬਣਾਈ ਜਾਂਦੀ? ਟੂ ਅਚੀਵ ਦਾ ਓਬਜੈਕਟਿਵਸ ਆਫ ਦਾ ਬਿਜ਼ਨਸ ਐਂਟਰਪ੍ਰਾਈਜ਼, ਜਿਹਦੇ ਵਾਸਤੇ ਆਪਾਂ ਬਿਜ਼ਨਸ ਦਾ ਸੈਟਅਪ ਕੀਤਾ ਹੈ, ਉਸ ਨੂੰ ਅਚੀਵ ਕਰਨ ਵਾਸਤੇ, ਉਹਦਾ ਓਬਜੈਕਟਿਵ ਅਚੀਵ ਕਰਨ ਵਾਸਤੇ ਆਪਾਂ ਫਾਰਮਲ ਆਰਗੇਨਾਈਜੇਸ਼ਨ ਬਣਾਉਂਦੇ ਹਾਂ, ਜਿਹੜੀ ਕਿ ਮੈਨੇਜਮੈਂਟ। ਫਾਰਮਲ ਆਰਗੇਨਾਈਜੇਸ਼ਨ ਵਿੱਚ ਜਿਹੜੇ ਡਿਫਾਈਨ ਕੀ ਕੀਤਾ ਕਲੀਅਰਲੀ, ਮਤਲਬ ਪੂਰੇ ਸਾਫ ਸੁਥਰੇ ਨਾਲ, ਕਿਸੇ ਤਰ੍ਹਾਂ ਦਾ ਭੁਲੇਖਾ ਨਹੀਂ ਰੱਖਿਆ ਜਾਂਦਾ। ਅਥੋਰਟੀ ਐਂਡ ਰਿਸਪੋਂਸੀਬਿਲਿਟੀ ਰਿਲੇਸ਼ਨਸ਼ਿਪ ਨੂੰ ਡਿਫਾਈਨ ਕੀਤਾ ਜਾਂਦਾ ਹੈ। ਅਤੇ ਇਹਨਾਂ ਦਾ ਕੀ ਫਾਇਦਾ ਹੋਊਗਾ? ਇੱਕ ਤਾਂ ਇਹ ਡਿਵਾਈਡਿੰਗ ਐਂਡ ਕੋਆਰਡੀਨੇਸ਼ਨ ਕਰਨ ਵਿੱਚ ਮਦਦ ਕਰਨਗੇ। ਡਿਵਾਈਡਿੰਗ ਕਿਹਨਾਂ ਨੂੰ, ਜਿਹੜਾ ਟਾਸਕ ਆ ਇਹਨਾਂ ਨੂੰ ਮਿਲੀਆਂ ਉਹਨਾਂ ਨੂੰ ਡਿਵਾਈਡ ਕਰਨ ਵਿੱਚ ਮਦਦ ਕਰਨਗੇ। ਦੈਨ ਕੀ ਹੈ? ਕੋਆਰਡੀਨੇਸ਼ਨ, ਮਤਲਬ ਜਿਹੜੇ ਸਾਰੇ ਆਰਗੇਨਾਈਜੇਸ਼ਨ ਦੇ ਗੋਲਸ ਨੂੰ ਕੋਆਰਡੀਨੇਟ ਕਰਦੇ ਆ, ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰਨ ਵਿੱਚ ਮਦਦ ਕਰਦੇ ਆ, ਵੀ ਸਾਰੀਆਂ ਐਕਟੀਵਿਟੀਜ਼ ਨੂੰ ਇੱਕ ਪਾਸੇ ਲਾਉਣ ਵਿੱਚ ਮਦਦ ਕਰਦੇ ਨੇ, ਜਿਹੜਾ ਕਿ ਹੋ ਸਕਦਾ ਜਾਂ ਤਾਂ ਪ੍ਰੋਫਿਟ ਮੋਟਿਵ ਹੋ ਸਕਦਾ ਜਾਂ ਹੋਰ ਕੋਈ ਵੀ ਜਿਹੜਾ ਐਕਟੀਵਿਟੀਜ਼ ਅਚੀਵ ਕਰਨੀ ਚਾਹੁੰਦੀਆਂ ਨੇ। ਅਤੇ ਇੰਪਲੋਇਜ਼ ਹੈਵ ਟੂ ਫੋਲੋ ਦਾ ਰੂਲਸ, ਜਿਹੜੇ ਰੂਲਸ ਹੁੰਦੇ ਆ ਰਿਜਟ ਹੁੰਦੇ ਆ ਅਤੇ ਇਹ ਫੋਲੋ ਇੰਪਲੋਇਜ਼ ਨੂੰ ਕਰਨੇ ਪੈਂਦੇ ਨੇ। ਦੈਨ ਕਿ ਡੈਫੀਨੇਸ਼ਨ ਪੜ੍ਹਦੇ ਹਾਂ ਆਪਾਂ, ਸਫਿਸਟੀਕੇਟਡ ਡੈਫੀਨੇਸ਼ਨ ਪੜ੍ਹਦੇ ਹਾਂ ਅਕੋਰਡਿੰਗ ਟੂ ਚੈਸਟਰ ਬਰਨਰਡ ਕੀ ਕਹਿ ਰਹੇ ਆ? ਉਹ ਕਹਿ ਰਹੇ ਆ ਫਾਰਮਲ ਆਰਗੇਨਾਈਜੇਸ਼ਨ ਇਜ਼ ਅ ਸਿਸਟਮ, ਇਹ ਉਹ ਸਿਸਟਮ ਹੈ ਆਫ ਕੌਨਸ਼ੀਅਸਲੀ ਕੋਆਰਡੀਨੇਟਡ, ਕੌਨਸ਼ੀਅਸਲੀ ਮਤਲਬ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਅਲਰਟ ਰਹਿ ਕੇ, ਪੂਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਧਿਆਨ ਵਿੱਚ ਰੱਖ ਕੇ, ਕੋਆਰਡੀਨੇਟਡ ਦਾ ਐਕਟੀਵਿਟੀਜ਼ ਆਫ, ਮਤਲਬ ਸਾਰੀਆਂ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ, ਆਫ ਟੂ ਆਰ ਮੋਰ ਪਰਸਨ ਟਵਰਡ ਏ ਕਾਮਨ ਓਬਜੈਕਟਿਵ, ਟੂ ਆਰ ਮੋਰ ਪਰਸਨ ਜਿਨ੍ਹਾਂ ਨੂੰ ਪਰਫੋਰਮ ਕਰ ਰਹੇ ਆ ਟਵਰਡਸ ਏ ਕਾਮਨ ਓਬਜੈਕਟਿਵ। ਆਰਗੇਨਾਈਜੇਸ਼ਨ ਦਾ ਕੋਈ ਵੀ ਕਾਮਨ ਓਬਜੈਕਟਿਵ ਹੋ ਸਕਦਾ ਜਿਸ ਨੂੰ ਅਚੀਵ ਕਰਨ ਲਈ ਆਪਾਂ ਆਰਗੇਨਾਈਜੇਸ਼ਨ ਬਣਾਈ ਹੋਈ ਹੈ। ਤਾਂ ਚੈਸਟਰ ਬਰਨਰਡ ਓਵਰਆਲ ਕੀ ਕਹਿ ਰਹੇ? ਉਹ ਕਹਿੰਦੀ ਫਾਰਮਲ ਆਰਗੇਨਾਈਜੇਸ਼ਨ ਉਹ ਸਿਸਟਮ ਹੁੰਦਾ ਹੈ ਜਿਹੜਾ ਕੀ ਕਰਦਾ ਕੌਨਸ਼ੀਅਸਲੀ ਮਤਲਬ ਪੂਰੇ ਦਿਮਾਗੀ ਤੌਰ 'ਤੇ ਅਲਰਟ ਰਹਿ ਕੇ ਕੋਆਰਡੀਨੇਟ ਕਰਦਾ ਐਕਟੀਵਿਟੀਜ਼ ਨੂੰ, ਵਨ ਆਰ ਮੋਰ ਪਰਸਨਸ ਦੀ ਐਕਟੀਵਿਟੀਜ਼ ਨੂੰ ਟਵਰਡ ਏ ਕਾਮਨ ਓਬਜੈਕਟਿਵ। ਦੈਨ ਆਪਾਂ ਫੀਚਰਸ ਪੜ੍ਹਦੇ ਹਾਂ, ਕਰੈਕਟਰਿਸਟਿਕਸ ਪੜ੍ਹਦੇ ਹਾਂ, ਜਿਹੜੀ ਫਾਰਮਲ ਆਰਗੇਨਾਈਜੇਸ਼ਨ ਹੁੰਦੇ ਉਹਦੇ ਕੀ, ਉਹ ਕਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਉਹਦੇ ਕਰੈਕਟਰਿਸਟਿਕਸ ਕੀ ਹੁੰਦੇ ਨੇ। ਫਸਟਲੀ ਇਹ ਕੀ ਹੁੰਦਾ? ਓਫੀਸ਼ੀਅਲੀ ਡਿਜ਼ਾਈਨਡ ਸਟਰਕਚਰ, ਇਹਦਾ ਜਿਹੜਾ ਸਟਰਕਚਰ ਹੁੰਦਾ ਓਫੀਸ਼ੀਅਲੀ ਡਿਜ਼ਾਈਨਡ ਹੁੰਦਾ, ਮਤਲਬ ਮੈਨੇਜਮੈਂਟ ਵੱਲ ਬਣਾਇਆ ਜਾਂਦਾ ਹੈ। ਕ੍ਰੀਏਟਡ ਬਾਏ ਟਾਪ ਮੈਨੇਜਮੈਂਟ ਜਿਹੜੇ ਕੰਮ ਕਰ ਰਹੇ ਆ ਪਰ ਵਰਕਰਸ ਜਾਂ ਓਨਰਸ, ਉਹਨਾਂ ਦੁਆਰਾ ਇਹ ਬਣਾਈ ਜਾਂਦੀ ਹੈ ਫਾਰਮਲ ਆਰਗੇਨਾਈਜੇਸ਼ਨ। ਇਹਦੇ ਰੂਲਸ ਔਨ ਦਾ ਬੇਸਿਸ ਆਫ ਰਿਟਨ ਰੂਲਸ ਐਂਡ ਪ੍ਰੋਸੀਜਰਸ, ਇਹਦੇ ਰਿਟਨ ਰੂਲਸ ਐਂਡ ਪ੍ਰੋਸੀਜਰ ਹੁੰਦੇ ਆ, ਮਤਲਬ ਆਪਣੀ ਆਰਗੇਨਾਈਜੇਸ਼ਨ ਵਿੱਚ ਇਸ ਤਰ੍ਹਾਂ ਰਿਕਾਰਡ ਹੁੰਦਾ ਹੈ। ਡਰੋਜ਼ ਅਫੀਸ਼ੀਅਲ ਲਾਈਨਸ ਆਫ ਕਮਿਊਨੀਕੇਸ਼ਨ, ਇਸ ਵਿੱਚ ਅਫੀਸ਼ੀਅਲ ਲਾਈਨਸ ਆਫ ਕਮਿਊਨੀਕੇਸ਼ਨ ਹੁੰਦੀਆਂ, ਜਿਵੇਂ ਸਕੈਲਰਸ਼ਨ ਆਪਾਂ ਯੂਜ਼ ਕਰਦੇ ਹਾਂ ਤਾਂ ਉਸ ਦਾ ਯੂਜ਼ ਅਫੀਸ਼ੀਅਲ ਲਾਈਨਸ ਕੀਤੀਆਂ ਜਾਂਦੀਆਂ ਨੇ ਕਮਿਊਨੀਕੇਸ਼ਨ ਵਾਸਤੇ, ਸੰਚਾਰ ਕਰਨ ਵਾਸਤੇ, ਇੱਕ ਦੂਜੇ ਨਾਲ ਗੱਲਬਾਤ ਜਾਂ ਵਿਚਾਰ ਵਟਾਂਦਰਾ ਕਰਨ ਵਾਸਤੇ। ਇਹ ਕਿਤੇ ਬੇਸ ਹੁੰਦਾ? ਬੇਸਡ ਔਨ ਡੈਲੀਗੇਸ਼ਨ ਆਫ ਅਥਾਰਟੀ, ਮਤਲਬ ਇਸ ਵਿੱਚ ਡੈਲੀਗੇਸ਼ਨ ਆਫ ਅਥਾਰਟੀ ਹੁੰਦੀ ਹੈ ਵੀ ਕਿਸੇ ਨੂੰ ਵੀ ਕੋਈ ਵੀ ਵਰਕਰ ਨੂੰ ਜੇ ਕੁਛ ਉਸ ਨੂੰ ਟਾਸਕ ਦਿੱਤਾ ਗਿਆ ਪਰਫੋਰਮ ਕਰਨ ਵਾਸਤੇ, ਉਸ ਨੂੰ ਉਹਦੀ ਲਾਇਬਲ ਅਥਾਰਟੀ ਜਿੰਨੀ ਉਹਨੂੰ ਚਾਹੀਦੀ ਉਹ ਕੰਮ ਨੂੰ ਪੂਰਾ ਕਰਨ ਲਈ ਉਹ ਵੀ ਅਥਾਰਟੀ ਉਸ ਨੂੰ ਦਿੱਤੀ ਜਾਂਦੀ ਹੈ। ਨੰਬਰ 6 'ਤੇ ਇਹਦਾ ਫੀਚਰ ਕੀ ਹੁੰਦਾ ਵਾ? ਸ਼ੋਨ ਵਿਦ ਦਾ ਹੈਲਪ ਆਫ ਆਰਗੇਨਾਈਜੇਸ਼ਨ ਚਾਰਟਸ। ਆਰਗੇਨਾਈਜੇਸ਼ਨਲ ਚਾਰਟਸ ਮਤਲਬ
ਜਿਵੇਂ ਆਪਾਂ ਕੀਤਾ ਸੀ ਆਰਗੇਨਾਈਜੇਸ਼ਨ ਐਜ਼ ਅ ਸਟਰਕਚਰ, ਤਾਂ ਉਸ ਵਿੱਚ ਇੱਕ ਪ੍ਰੋਪਰ ਸਟਰਕਚਰ ਆ। ਪਹਿਲਾਂ ਮੈਨੇਜਰ ਉਹ ਕਿੰਨੇ ਪ੍ਰੋਡਕਸ਼ਨ ਮੈਨੇਜਰਸ ਨੂੰ ਮਤਲਬ ਕੰਟਰੋਲ ਕਰ ਰਿਹਾ ਵਾ, ਕਿਹੜੇ ਕਿਹੜੇ ਡਿਪਾਰਟਮੈਂਟਸ ਨੂੰ ਕੰਟਰੋਲ ਕਰ ਰਿਹਾ ਵਾ। ਇੱਦਾਂ ਉਸ ਵਿੱਚ ਆਰਗੇਨਾਈਜੇਸ਼ਨ ਸਟਰਕਚਰ ਚਾਰਟਸ ਰਾਹੀਂ ਉਹਨਾਂ ਨੂੰ ਡਿਫਾਈਨ ਕੀਤਾ ਜਾ ਸਕਦਾ, ਸ਼ੋਅ ਕੀਤਾ ਜਾ ਸਕਦਾ ਵਾ, ਸਾਰਿਆਂ ਨੂੰ ਸ਼ੋਅ ਕੀਤਾ ਜਾ ਸਕਦਾ ਹੈ। ਦੈਨ ਕੀ ਫੋਕਸ ਇਹ ਕੀਤਾ ਜੋਬ 'ਤੇ ਫੋਕਸ ਕਰਦਾ, ਨਾ ਕਿ ਵੀ ਉਸ ਨੂੰ ਪਰਫੋਰਮ ਕਿਹੜਾ ਪਰਸਨ ਕਰ ਰਿਹਾ ਵਾ। ਜੋਬ 'ਤੇ ਇਸ ਦਾ ਫੋਕਸ ਹੁੰਦਾ ਹੈ, ਨਾ ਕਿ ਜਿਹੜਾ ਪਰਫੋਰਮਰ ਆਫ ਦਾ ਜੋਬ ਹੁੰਦਾ ਵਾ। ਦੈਨ ਕੀ ਇਹ ਬ੍ਰਿੰਗਸ ਕੀ ਕਰਦਾ ਵਾ, ਸਪੈਸ਼ਲਾਈਜੇਸ਼ਨ, ਕਿਉਂਕਿ ਡੈਲੀਗੇਸ਼ਨ ਆਫ ਅਥੋਰਟੀ ਕੀਤੀ ਹੈ ਅਤੇ ਅਕੋਰਡਿੰਗ ਟੂ ਦੇਅਰ ਅਬਿਲਿਟੀ ਅਤੇ ਕੈਪੇਬਿਲਿਟੀ ਅਨੁਸਾਰ ਉਹਨਾਂ ਨੂੰ ਜੋਬ ਦਿੱਤੀ ਜਾਂਦੀ ਹੈ, ਅਤੇ ਜਿਹੜੀ ਕਿ ਉਹ ਉਸ ਜੋਬ ਨੂੰ ਨਿਰੰਤਰ ਕਰਕੇ ਲਗਾਤਾਰ ਕਰਕੇ ਕੀ ਹੋ ਜਾਂਦੇ ਉਸ ਵਿੱਚ ਸਪੈਸ਼ਲਾਈਜੇਸ਼ਨ ਉਸ ਵਿੱਚ ਆਉਂਦੀ ਹੈ ਉਹ ਜੋਬ ਰਾਹੀਂ। ਦੈਨ ਕਿ ਕ੍ਰੀਏਟਸ ਅਥੋਰਟੀ, ਰਿਸਪੋਂਸੀਬਿਲਿਟੀ ਅਤੇ ਅਕਾਊਂਟੇਬਿਲਿਟੀ, ਇਹ ਸਾਰੀਆਂ ਚੀਜ਼ਾਂ ਉਸ ਵਿੱਚ ਅਥੋਰਟੀ ਹੱਕ ਵੀ ਉਸ ਵਿੱਚ ਪੈਦਾ ਹੁੰਦੇ ਨੇ, ਰਿਸਪੋਂਸੀਬਿਲਿਟੀ ਜ਼ਿੰਮੇਵਾਰੀ ਉਹਨਾਂ ਵਿੱਚ ਪੈਦਾ, ਜਵਾਬਦੇਹੀ ਉਹਨਾਂ ਵਿੱਚ ਪੈਦਾ ਹੁੰਦੀ ਹੈ ਫਾਰਮਲ ਆਰਗੇਨਾਈਜੇਸ਼ਨ ਵਿੱਚ। ਦੈਨ ਆਪਾਂ ਕਰ ਰਹੇ ਹਾਂ ਇਨਫਾਰਮਲ ਆਰਗੇਨਾਈਜੇਸ਼ਨ, ਜਿਵੇਂ ਇਸਦੇ ਨਾਮ ਤੋਂ ਕਲੀਅਰ ਹੋ ਰਿਹਾ ਜਿਹੜੀ ਕਿ ਫਾਰਮਲ ਨਹੀਂ ਹੈ। ਇਹ ਕਿਵੇਂ ਹੋਂਦ ਵਿੱਚ ਆਉਂਦੀ ਹੈ, ਦ ਨੈਟਵਰਕ ਆਫ ਸਮੋਲ ਗਰੁੱਪਸ। ਨੈਟਵਰਕ ਮਤਲਬ ਆਮ ਜਿਹੜਾ ਵਿਚਾਰ ਵਟਾਂਦਰਾ ਆਫ ਸਮੋਲ ਗਰੁੱਪਸ ਮਤਲਬ ਇੰਪਲੋਇਜ਼ ਦਾ ਥੋੜ੍ਹੇ ਗਰੁੱਪਸ ਬੇਸਡ ਔਨ ਫਰੈਂਡਸ਼ਿਪ, ਜਿਹੜੇ ਕਿ ਆਪਾਂ ਫਰੈਂਡਸ਼ਿਪ ਦੇ ਤੌਰ 'ਤੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਜਾਂ ਨੈਟਵਰਕ ਬਣਾਉਂਦੇ ਹਾਂ, ਆਪਣੇ ਗਰੁੱਪਸ ਬਣ ਜਾਂਦੇ ਆ। ਤਾਂ ਉਹਦੇ ਨਾਲ ਕੀ ਹੁੰਦਾ ਵਾ, ਇਨਫੋਰਮਲ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਆ ਆਪਣੀ ਆਰਗੇਨਾਈਜੇਸ਼ਨ ਵਿੱਚ ਉਸ ਨਾਲ ਪੈਦਾ ਹੁੰਦੀ ਹੈ। ਇਹ ਕਿਵੇਂ ਪੈਦਾ ਹੋ ਜਾਂਦੀ ਹੈ, ਸੋਸ਼ਲ ਐਂਡ ਇੰਟਰਪਰਸਨਲ, ਸੋਸ਼ਲ ਤੌਰ 'ਤੇ ਸਮਾਜਿਕ ਤੌਰ 'ਤੇ, ਜਿਵੇਂ ਸਮਾਜਿਕ ਤੌਰ 'ਤੇ ਮਨੁੱਖ ਇਕੱਲਾ ਨਹੀਂ ਰਹਿ ਸਕਦਾ, ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਸ ਨੂੰ ਵਿਚਾਰ ਵਟਾਂਦਰਾ ਮਤਲਬ ਕਰਨਾ ਪੈਂਦਾ ਹੈ। ਇੰਟਰਪਰਸਨਲ ਮਤਲਬ ਉਸ ਦਾ ਕੋਈ ਵੀ ਪਰਸਨਲ ਰਿਲੇਸ਼ਨਸ਼ਿਪ ਹੋ ਸਕਦਾ, ਜਿਵੇਂ ਰਿਲੇਟਿਵਸ ਇੱਕ ਕੰਪਨੀ ਵਿੱਚ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਆਪਸ ਵਿੱਚ ਗਰੁੱਪ ਬਣ ਜਾਂਦਾ, ਉਹ ਕਾਫੀ ਬੰਦਿਆਂ ਨੂੰ ਮਤਲਬ ਆਪਦੇ ਨਾਲ ਇਕੱਠੇ ਕਰ ਲੈਂਦੇ ਨੇ, ਅਤੇ ਇਹਨਾਂ ਵਿੱਚ ਇਸ ਤਰ੍ਹਾਂ ਕੀ ਹੁੰਦਾ ਵਾ ਵੀ ਕ੍ਰੀਏਟਸ ਇਨਫੋਰਮਲ ਆਰਗੇਨਾਈਜੇਸ਼ਨ ਇਹਨਾਂ ਵਿੱਚ ਪੈਦਾ ਹੁੰਦੀ ਹੈ। ਡੂ ਨਾਟ ਹੈਵ ਫਾਰਮਲ ਰਿਕੋਗਨਾਈਜੇਸ਼ਨ, ਫਾਰਮਲ ਰਿਕੋਗਨਾਈਜੇਸ਼ਨ ਨਹੀਂ ਹੁੰਦੀ ਇਸ ਵਿੱਚ, ਇਸ ਦਾ ਕੋਈ ਵੀ ਰਿਕਾਰਡ ਮਤਲਬ ਮੇਨਟੇਨ ਨਹੀਂ ਕੀਤਾ ਜਾਂਦਾ। ਬਟ ਦੇ ਕਮ ਇਨਟੂ ਐਗਜ਼ਿਸਟੈਂਸ, ਐਗਜ਼ਿਸਟੈਂਸ ਵਿੱਚ ਕਦੋਂ ਹੋਂਦ ਵਿੱਚ ਆਉਂਦੀਆਂ, ਅੰਡਰ ਦ ਸ਼ੈਡੋ ਆਫ ਫਾਰਮਲ ਆਰਗੇਨਾਈਜੇਸ਼ਨ, ਫਾਰਮਲ ਸਟਰਕਚਰ ਦੇ ਹੁੰਦਿਆਂ ਹੋਏ ਉਸ ਦੇ ਅੰਡਰ ਉਹਦੀ ਛਾਂ ਹੇਠ ਮਤਲਬ ਉਸ ਦੇ ਹੇਠ ਅੰਡਰ ਉਹਨਾਂ ਦੇ ਇਨਫਾਰਮਲ ਆਰਗੇਨਾਈਜੇਸ਼ਨਸ ਪੈਦਾ ਹੁੰਦੀਆਂ ਨੇ। ਜਿਵੇਂ ਆਪਾਂ ਐਗਜ਼ਾਮਪਲ ਲਈਏ ਫਾਰਮਲ ਆਰਗੇਨਾਈਜੇਸ਼ਨ ਦੀ ਇੱਕ ਸਕੂਲ ਆ, ਸਕੂਲ ਪਰ ਜਿਵੇਂ ਮੈਨੇਜਮੈਂਟ ਵੱਲੋਂ ਕੋਈ ਸਕੂਲ ਚਲਾਇਆ ਜਾ ਰਿਹਾ ਤਾਂ ਮੈਨੇਜਮੈਂਟ ਮਤਲਬ ਉਹ ਤਾਂ ਏਰੀਆ ਨਿਰਧਾਰਿਤ ਕਰੇ ਵੀ ਕਿਸ ਪ੍ਰੋਸੈਸ ਰਾਹੀਂ ਆਪਾਂ ਵੀ ਟੀਚਰਸ ਤੱਕ ਜਾਂ ਮੈਨੇਜਮੈਂਟ ਤੱਕ ਗੱਲ ਪਹੁੰਚਾਉਣੀ ਆ। ਬਟ ਜਿਹੜੇ ਉਸ ਦੇ ਅੰਦਰ ਜਿਹੜੇ ਟੀਚਰਸ ਆ ਉਹ ਕਿਵੇਂ ਜੁੜੇ ਆਪਸ ਵਿੱਚ ਕਿਵੇਂ ਜੁੜੇ ਹੋਏ, ਉਹਨਾਂ ਦੇ ਲਾਈਕਸ ਐਂਡ ਡਿਸਲਾਈਕਸ ਕਰਕੇ ਜੁੜੇ ਹੋਏ ਆ, ਕਿਸੇ ਨੂੰ ਕਿਸੇ ਦਾ ਐਟੀਟਿਊਡ ਵਧੀਆ ਲੱਗ ਰਿਹਾ ਵਾ ਜਾਂ ਇਸ ਤਰ੍ਹਾਂ ਉਹ ਇੱਕ ਦੂਜੇ ਨਾਲ ਜੁੜੇ ਹੋਏ ਨੇ, ਉਸ ਨੂੰ ਕਹਿੰਦੇ ਇਨਫੋਰਮਲ ਆਰਗੇਨਾਈਜੇਸ਼ਨ ਜਿਹੜੀ ਉਹਨਾਂ ਵਿਚਕਾਰ ਹੋ ਰਹੀ ਹੈ। ਦੀਜ਼ ਆਰਗੇਨਾਈਜੇਸ਼ਨ ਆਰ ਫੋਰਮਡ ਬਿਕੋਜ਼ ਆਫ ਕਾਮਨ ਲੈਂਗੁਏਜ, ਜੇ ਮਤਲਬ ਕਿਸੇ ਕੋਈ ਵੱਡੇ ਪੱਧਰ ਦੀ ਕੰਪਨੀ ਚੱਲ ਰਹੀ ਹੈ, ਉੱਥੇ ਮਤਲਬ ਇੰਗਲਿਸ਼ ਬੋਲਣ ਵਾਲੇ ਵੀ ਲੋਕ ਨੇ, ਤਾਂ ਜਿਨ੍ਹਾਂ ਵਿੱਚ ਆਪਣੀ ਕਾਮਨ ਲੈਂਗੁਏਜ ਹੋਊਗੀ, ਜਿਵੇਂ ਪੰਜਾਬੀ ਆਪਾਂ ਬੋਲ ਰਹੇ ਹਾਂ ਨਾ, ਅਤੇ ਪੰਜਾਬੀ ਜਿਹੜੇ ਆਪਾਂ ਨੂੰ ਪਰਸਨ ਅਟਰੈਕਟ ਕਰਨਗੇ ਤਾਂ ਆਪਾਂ ਉਹਨਾਂ ਨਾਲ ਆਟੋਮੈਟਿਕਲੀ ਅਟੈਚ ਹੋਵਾਂਗੇ। ਆਪਣੇ ਟੇਸਟ ਜੇ ਮਿਲਦੇ ਹੋਣਗੇ ਕਿਸੇ ਨਾਲ, ਆਪਣਾ ਕਲਚਰ ਕਿਸੇ ਨਾਲ ਮਿਲਦਾ ਹੋਊਗਾ, ਜੇ ਆਪਾਂ ਕਿਸੇ ਦੇ ਤਰੀਕਿਆਂ ਨੂੰ ਲਾਈਕਸ ਕਰਦੇ ਹਾਂ, ਡਿਸਲਾਈਕਸ ਕਰਦੇ ਹਾਂ, ਇਮੋਸ਼ਨਸ। ਦੈਨ ਆਪਾਂ ਕਰਦੇ ਹਾਂ ਡੈਫੀਨੇਸ਼ਨ ਅਕੋਰਡਿੰਗ ਟੂ ਕੈਵਿਥ ਡੇਜ਼ ਦੇ ਅਕੋਰਡਿੰਗ ਕੀ ਆ ਇਨਫੋਰਮਲ ਆਰਗੇਨਾਈਜੇਸ਼ਨ, ਉਹ ਕੀ ਕਹਿੰਦੇ ਆ, ਬਨੀਥ ਦਾ ਕਲੋਕ ਦਾ ਮੀਨਸ ਹੁੰਦਾ ਹੈ ਇੱਕ ਕੱਪੜਾ, ਅਤੇ ਇੱਥੇ ਆਪਾਂ ਵਰਤਣਾ ਉਸ ਨੂੰ ਪਰਦੇ ਦੇ ਤੌਰ 'ਤੇ, ਬਨੀਥ ਦਾ ਕਲੋਥ ਆਫ ਫਾਰਮਲ ਰਿਲੇਸ਼ਨਸ਼ਿਪਸ ਦੇ ਅੰਡਰ, ਉਹ ਕਹਿੰਦੇ ਇਨ ਐਵਰੀ ਇੰਸਟੀਟਿਊਸ਼ਨ, ਹਰੇਕ ਇੰਸਟੀਟਿਊਸ਼ਨ ਵਿੱਚ ਫਾਰਮਲ ਰਿਲੇਸ਼ਨਸ਼ਿਪ ਦੇ ਅੰਡਰ ਕੀ ਹੋ ਰਿਹਾ ਵਾ, ਦੇਅਰ ਐਗਜ਼ਿਸਟ ਏ ਮੋਰ ਕੰਪਲੈਕਸ ਸਿਸਟਮ ਇਹਨਾਂ ਨੇ ਤਾਂ ਕਿਹਾ ਵਾ ਕਿਉਂਕਿ ਇਸ ਨੂੰ ਸਮਝਣਾ ਬਹੁਤ ਔਖਾ ਹੈ, ਕਿਸੇ ਲਾਈਕਸ ਡਿਸਲਾਈਕਸ ਸਮਝਣੀਆਂ ਬਹੁਤ ਔਖੀਆਂ ਨੇ। ਕੰਪਲੈਕਸ ਸਿਸਟਮ ਆਫ ਸੋਸ਼ਲ ਰਿਲੇਸ਼ਨਸ਼ਿਪ, ਜਿਹੜਾ ਕਿ ਸਮਾਜਿਕ ਰਿਸ਼ਤਾ ਪੜ ਰਿਹਾ ਵਾ ਸਾਰੇ ਵਿੱਚ, ਉਹਨਾਂ ਨੂੰ ਕੀ ਕਹਿ ਰਿਹਾ, ਇਨਫੋਰਮਲ ਆਰਗੇਨਾਈਜੇਸ਼ਨ ਕਹਿ ਸਕਦੇ ਹਾਂ ਆਪਾਂ, ਉਸ ਨੂੰ ਕਿਹਾ ਜਾਂਦਾ ਹੈ ਇਨਫੋਰਮਲ ਆਰਗੇਨਾਈਜੇਸ਼ਨ। ਦੈਨ ਆਪਾਂ ਕਰੈਕਟਰਿਸਟਿਕਸ ਕਰਦੇ ਹਾਂ, ਇਨਫੋਰਮਲ ਆਰਗੇਨਾਈਜੇਸ਼ਨ ਜਿਹੜੀ ਹੁੰਦੀ ਹੈ ਗੈਰ ਰਸਮੀ ਸੰਗਠਨ ਹੁੰਦੀਆਂ, ਉਹਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਇਮਰਜੈਂਸ ਮਤਲਬ ਪੈਦਾ ਹੁੰਦਾ ਇਹਨੇ ਨੈਚੁਰਲ ਮੈਨਰ ਮੀਨਸ ਇੱਕ ਸੋਸ਼ਲ ਇੰਟਰੈਕਸ਼ਨ, ਮਤਲਬ ਆਪਾਂ ਜੇ ਜਸਟ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਕਰਮਚਾਰੀਆਂ ਵਿੱਚ ਕਰਦੇ, ਇਹ ਇਨਫੋਰਮਲ ਆਰਗੇਨਾਈਜੇਸ਼ਨ ਐਗਜ਼ਿਸਟ ਹੋ ਜਾਂਦੀ ਹੈ ਬੇਸਡ ਔਨ ਇੰਡੀਵਿਜੂਅਲ ਟ੍ਰੇਟਸ ਮਤਲਬ
ਵਿਅਕਤੀਗਤ ਗੁਣਾਂ 'ਤੇ ਵੀ ਆਧਾਰਿਤ ਆ, ਜਿਵੇਂ ਲਾਈਕਸ ਆਪਣੀਆਂ ਡਿਸਲਾਈਕਸ ਹੋਈਆਂ। ਸੋਸ਼ਲ ਸੈਟਿਸਫੈਕਸ਼ਨ ਇਸ ਤਰ੍ਹਾਂ ਮਿਲਦੀ, ਕੋਈ ਖਾਸ ਆਬਜੈਕਟਿਵ ਨਹੀਂ ਹੁੰਦਾ, ਸੋਸ਼ਲ ਤੌਰ 'ਤੇ ਆਪਾਂ ਸੈਟਿਸਫਾਈ ਹੁੰਦੇ ਹਾਂ ਗੱਲਬਾਤ ਕਰਕੇ ਕਿਸੇ ਨਾਲ। ਨੋ ਫਾਰਮਲ ਚਾਰਟਸ, ਇਸ ਵਿੱਚ ਕਿਸੇ ਤਰ੍ਹਾਂ ਦੇ ਫਾਰਮਲ ਚਾਰਟਸ ਨਹੀਂ ਹੁੰਦੇ ਆ, ਜਿਵੇਂ ਕਿ ਸਟਰਕਚਰ ਇਸ ਵਿੱਚ ਡਿਫਾਈਨ ਨਹੀਂ ਕੀਤਾ ਜਾ ਸਕਦਾ ਛੇਤੀ ਤਰ੍ਹਾਂ ਦੇ ਅਥਾਰਟੀ ਰਿਸਪੋਂਸੀਬਿਲਿਟੀ ਦਾ। ਦੈਨ ਕਿ ਅਨਰਿਟਨ ਰੂਲਸ ਐਂਡ ਰੈਗੂਲੇਸ਼ਨਸ ਐਂਡ ਆਬਜੈਕਟਿਵਸ, ਇਸ ਵਿੱਚ ਅਨਰਿਟਨ ਜਿਹੜੇ ਰੂਲਸ ਐਂਡ ਆਬਜੈਕਟਿਵਸ ਹੁੰਦੇ ਆ, ਮਤਲਬ ਇਹਨਾਂ ਦਾ ਕੋਈ ਸਪੈਸ਼ਲ ਰਿਕਾਰਡ ਨਹੀਂ ਹੁੰਦਾ। ਨੋ ਡੈਫੀਨੇਟ ਸਟਰਕਚਰ, ਇਸ ਵਿੱਚ ਕਿਸੇ ਤਰ੍ਹਾਂ ਦਾ ਸਟਰਕਚਰ ਵੀ ਸਪੈਸੀਫਿਕ ਨਹੀਂ ਹੁੰਦਾ। ਇਹ ਵਲੰਟਰੀ ਆਰਗੇਨਾਈਜੇਸ਼ਨ ਹੁੰਦੀ ਹੈ, ਮਤਲਬ ਸਾਰਿਆਂ ਦੀ ਸਹਿਮਤੀ ਨਾਲ ਇਸ ਨੂੰ ਪੈਦਾ ਹੁੰਦਾ ਹੈ, ਇਹ ਵਿਚਾਰ ਵਟਾਂਦਰੇ ਨਾਲ ਪੈਦਾ ਹੁੰਦੀ ਹੈ। ਨੋ ਅਬਲਾਈਸ਼ਨ ਮੀਨਸ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਜੇ ਮੈਨੇਜਮੈਂਟ ਚਾਹੇ ਵੀ ਇਸ ਨੂੰ ਖਤਮ ਨਹੀਂ ਕਰ ਸਕਦੀ। ਦੈਨ ਆਪਾਂ ਡਿਫਰੈਂਸ ਕਰਦੇ ਹਾਂ ਫਾਰਮਲ ਅਤੇ ਇਨਫਾਰਮਲ ਆਰਗੇਨਾਈਜੇਸ਼ਨ ਦਾ, ਜਿਹੜਾ ਕਿ ਬਹੁਤ ਇੰਪੋਰਟੈਂਟ ਆ। ਫਸਟ ਆਪਾਂ ਕਰਦੇ ਹਾਂ ਫਾਰਮੇਸ਼ਨ, ਵੀ ਨਿਰਮਾਣ ਕਿਵੇਂ ਹੁੰਦਾ ਹੈ, ਕਿਵੇਂ ਬਣਾਇਆ ਜਾਂਦਾ ਹੈ। ਜਿਹੜੀ ਫਾਰਮਲ ਆਰਗੇਨਾਈਜੇਸ਼ਨ ਹੁੰਦੀ ਹੈ ਉਹ ਕੌਨਸ਼ੀਅਸਲੀ ਮਤਲਬ ਪਲੈਨਿੰਗ, ਮਤਲਬ ਪੂਰੀ ਪਲੈਨਿੰਗ, ਪ੍ਰੋਪਰ ਪਲੈਨਿੰਗ ਕਰਕੇ ਪਲੈਨਡ ਐਂਡ ਕ੍ਰੀਏਟਡ ਬਾਈ ਮੈਨੇਜਮੈਂਟ ਦੁਆਰਾ ਕ੍ਰੀਏਟ ਕੀਤੀ ਜਾਂਦੀ ਹੈ। ਜਿਹੜੀ ਇਨਫਾਰਮਲ ਆਰਗੇਨਾਈਜੇਸ਼ਨ ਹੁੰਦੀ ਆ ਇਮਰਜਸ ਇਨ ਏ ਨੈਚੁਰਲ ਮੈਨਰ, ਜਿਵੇਂ ਕਿ ਸੋਸ਼ਲ ਇੰਟਰੈਕਸ਼ਨ ਨਾਲ ਇਹ ਪੈਦਾ ਹੋ ਜਾਂਦੀ ਹੈ। ਦੈਨ ਦੂਜੇ ਨੰਬਰ 'ਤੇ ਕੀ ਆਪਾਂ ਸਟਰਕਚਰ ਮਤਲਬ ਢਾਂਚਾ, ਕੋਈ ਸਪੈਸ਼ਲ ਸਟਰਕਚਰ। ਇਹਦੇ ਵਿੱਚ ਕੀ ਹੁੰਦਾ, ਵੈਲ ਡਿਫਾਈਨਡ ਸਟਰਕਚਰ ਆਫ ਟਾਸਕਸ, ਜਿਹੜੇ ਟਾਸਕ ਕੰਮ ਕਿਹਨੂੰ ਕਿਹੜੇ ਵੰਡੇ ਜਾਣੇ ਆ, ਅਤੇ ਰਿਲੇਸ਼ਨਸ਼ਿਪ ਉਹਨਾਂ ਵਿੱਚ ਕਿਹੜੇ ਆ, ਮੈਨੇਜਰਸ ਆ, ਸਬੋਰਡੀਨੇਟਸ ਕਿਹੜੇ ਆ, ਤਾਂ ਉਹਨਾਂ ਵਿਚਕਾਰ ਜਿਹੜੇ ਇਹ ਹੁੰਦੇ ਆ, ਇਹਦੀ ਸਟਰਕਚਰ ਵੈਲ ਡਿਫਾਈਨ ਹੁੰਦਾ ਵਾ, ਪ੍ਰੋਪਰ ਟਾਸਕ ਡਿਫਾਈਨ ਕੀਤੇ ਜਾਂਦੇ, ਰਿਲੇਸ਼ਨਸ਼ਿਪ ਹੁੰਦੇ ਆ। ਇਹਦੇ ਵਿੱਚ ਨੋ ਡੈਫੀਨੇਟ ਸਟਰਕਚਰ, ਇਸ ਵਿੱਚ ਕਿਸੇ ਤਰ੍ਹਾਂ ਦਾ ਸਟਰਕਚਰ ਨਹੀਂ ਹੁੰਦਾ ਵੀ ਕਿਹੜਾ ਮੈਨੇਜਰ ਆ ਜਾਂ ਕਿਹੜਾ ਹੋਰ ਕਿਸੇ ਤਰ੍ਹਾਂ ਦਾ ਲੀਡਰ ਆ, ਸਬੋਰਡੀਨੇਟਸ ਕਿਹੜੇ ਨੇ। ਦੈਨ ਕੀ ਆ ਨੰਬਰ 3 'ਤੇ ਪਰਪਸ, ਇਹਨੂੰ ਬਣਾਉਣ ਦਾ ਮਤਲਬ ਕੀ ਹੈ। ਫਾਰਮਲ ਆਰਗੇਨਾਈਜੇਸ਼ਨ ਆਪਾਂ ਕਿਉਂ ਬਣਾਉਂਦੇ ਹਾਂ, ਟੂ ਅਚੀਵ ਪਲੈਨਡ ਆਬਜੈਕਟਿਵਸ, ਜਿਹੜੇ ਕਿ ਆਰਗੇਨਾਈਜੇਸ਼ਨ ਨੇ ਆਬਜੈਕਟਿਵ ਆਪਦੇ ਪਲੈਨ ਕੀਤੇ ਉਹਨਾਂ ਨੂੰ ਅਚੀਵ ਕਰਨ ਵਾਸਤੇ। ਅਤੇ ਜਿਹੜੇ ਕਿ ਹੁੰਦੇ ਇਨਫਾਰਮਲ ਹੁੰਦੇ ਆ ਉਹ ਟੂ ਸੈਟਿਸਫਾਈ ਸੋਸ਼ਲ ਮਤਲਬ ਸਮਾਜਿਕ ਤੌਰ 'ਤੇ ਐਂਡ ਕਲਚਰਲ ਨੀਡਸ ਟੂ ਰਿਲਾਈਜ਼ ਕਾਮਨ ਆਬਜੈਕਟਿਵ, ਇੱਕ ਕਾਮਨ ਆਬਜੈਕਟਿਵ ਨੂੰ ਅਚੀਵ ਕਰਨ ਵਾਸਤੇ ਇਹ ਕੀ ਕਰਦਾ ਵਾ, ਸੈਟਿਸਫਾਈ ਕਰਦੇ ਸੋਸ਼ਲ ਨੀਡਸ ਅਤੇ ਕਲਚਰਲ ਨੀਡਸ ਨੂੰ ਸੈਟਿਸਫਾਈ ਕਰਨ ਵਾਸਤੇ ਆਪਾਂ ਇਸ ਨੂੰ ਹੋਂਦ ਵਿੱਚ ਲਿਆਂਦਾ ਹੈ। ਇਹ ਇਸ ਦਾ ਮਹੱਤਵ ਹੁੰਦਾ। ਦੈਨ ਕੀ ਹੈ ਫੋਰਥ, ਸਾਈਜ਼, ਆਕਾਰ ਕਿਹਦਾ ਵੱਡਾ ਹੁੰਦਾ ਹੈ, ਲਾਰਜ ਸਾਈਜ਼ ਐਸਾ ਹੁੰਦਾ ਹੈ ਫਾਰਮਲ ਦਾ, ਕਿਉਂਕਿ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਦੁਆਰਾ ਬਣੀ ਹੋਈ ਹੁੰਦੀ ਹੈ, ਇੱਕ ਆਰਗੇਨਾਈਜੇਸ਼ਨ ਦੁਆਰਾ ਬਣੀ ਹੁੰਦੀ ਹੈ, ਇਸ ਦੀ ਹੋਂਦ ਹੁੰਦੀ ਹੈ। ਇੱਦਾਂ ਸਾਈਜ਼ ਕੀ ਹੁੰਦਾ, ਸਮੋਲ ਸਾਈਜ਼ ਹੁੰਦਾ। ਦੈਨ ਕੀ ਹੈ ਲੀਡਰਸ਼ਿਪ, ਵੀ ਲੀਡ ਕੌਣ ਕੀ ਕਰਦਾ ਵਾ, ਜਿਹੜੀ ਫਾਰਮਲ ਆਰਗੇਨਾਈਜੇਸ਼ਨ ਉਸ ਨੂੰ ਲੀਡ ਕਿਹਨਾਂ ਦੁਆਰਾ ਕੀਤਾ ਜਾਂਦਾ, ਮੈਨੇਜਰਸ ਦੁਆਰਾ, ਕਿਉਂਕਿ ਇਸ ਵਿੱਚ ਕੀ ਆ ਪੋਜੀਸ਼ਨ ਸੈੱਟ ਕੀਤੇ ਜਾਂਦੇ ਹਨ ਅਤੇ ਮੈਨੇਜਰਸ ਦੀਆਂ ਪੋਜੀਸ਼ਨਸ ਕੀ ਹੁੰਦੀਆਂ ਨੇ, ਸੁਪੀਰੀਅਰ ਪੋਜੀਸ਼ਨਸ ਹੁੰਦੀਆਂ ਨੇ। ਦੈਨ ਕੀ ਆ ਇਨਫਾਰਮਲ ਆਰਗੇਨਾਈਜੇਸ਼ਨ ਵਿੱਚ ਜਿਹੜੇ ਮੈਂਬਰਸ ਆ ਇਲੈਕਟ ਮਤਲਬ ਸਿਲੈਕਟ ਕਰਨੇ ਦੇਅਰ ਲੀਡਰਸ ਦੈਮਸੈਲਵਸ, ਵੀ ਕੋਈ ਵੀ ਉਹਨਾਂ ਵਿੱਚੋਂ ਉੱਠ ਕੇ ਆਪਦਾ ਲੀਡਰ ਨੂੰ ਚੁਣ ਸਕਦਾ, ਕੋਈ ਵੀ ਗਰੁੱਪ ਇਨਫਾਰਮਲ ਗਰੁੱਪ ਆ ਜਿਹੜਾ। ਸਟੇਬਿਲਿਟੀ ਮਤਲਬ ਸਥਿਰਤਾ, ਵੀ ਕਿੰਨੇ ਕੁ ਟਾਈਮ ਤੱਕ ਬਿਨਾਂ ਚੇਂਜ ਤੋਂ ਇਹ ਰਹਿ ਸਕਦੇ ਨੇ, ਜਿਹੜੀ ਕਿ ਇਹਦੀ ਸਟੇਬਿਲਿਟੀ ਹੁੰਦੀ ਹੈ ਲੌਂਗ ਲਾਸਟਿੰਗ, ਮਤਲਬ ਬਹੁਤ ਟਾਈਮ ਤੱਕ ਰਹਿਣ ਵਾਲੀ ਹੁੰਦੀ ਹੈ। ਐਗਜ਼ਿਸਟ ਟਿਲ ਬਿਜ਼ਨਸ ਕੰਟੀਨਿਊ, ਜਦੋਂ ਤੱਕ ਬਿਜ਼ਨਸ ਚੱਲਦਾ ਉਦੋਂ ਤੱਕ ਫਾਰਮਲ ਆਰਗੇਨਾਈਜੇਸ਼ਨ ਚੱਲਦੀ ਹੈ। ਪਰ ਜਿਹੜੀ ਇਹਦੀ ਸਟੇਬਿਲਿਟੀ ਹੁੰਦੀ ਆ ਲਾਈਕਸ ਡਿਸਲਾਈਕਸ ਐਟੀਟਿਊਡਸ ਆਫ ਦਾ ਮੈਂਬਰ 'ਤੇ ਨਿਰਭਰ ਹੁੰਦੀ ਹੈ, ਜਿਹੜੇ ਕਿ ਆਮ ਤੌਰ 'ਤੇ ਅੱਜ ਕੱਲ੍ਹ ਚੇਂਜ ਹੁੰਦੇ ਰਹਿੰਦੇ ਨੇ। ਨੰਬਰ 7 ਕਿ ਡਿਗਰੀ ਆਫ ਰਿਜਿਡਿਟੀ, ਸਖਤੀ ਦਾ ਕਿੰਨਾ ਕੁ ਪੱਧਰ ਆ, ਵੀ ਕਿੰਨਾ ਕੁ ਸਖਤ ਹੁੰਦਾ, ਇਹਦੀ ਜਿਹੜੀ ਫੰਕਸ਼ਨਿੰਗ ਹੁੰਦੀ ਹੈ, ਇਹਦਾ ਕੰਮ ਕਾਰ ਕੀ ਹੁੰਦਾ ਵਾ ਆਰਗੇਨਾਈਜੇਸ਼ਨ ਦਾ, ਫਾਰਮਲ ਆਰਗੇਨਾਈਜੇਸ਼ਨ ਦਾ, ਉਹ ਬਹੁਤ ਜ਼ਿਆਦਾ ਰਿਜਿਡ ਅਤੇ ਇਨਫਲੈਕਸੀਬਲ ਹੁੰਦਾ, ਮਤਲਬ ਚੇਂਜ ਨਹੀਂ ਹੁੰਦਾ। ਜਿਹੜਾ ਆਪਰੇਸ਼ਨ ਆਫ ਦਿਸ ਆਰਗੇਨਾਈਜੇਸ਼ਨ, ਜਿਹੜੇ ਦਿਸ ਆਰਗੇਨਾਈਜੇਸ਼ਨ ਦੇ ਆਪਰੇਸ਼ਨ ਆ ਉਹ ਕੰਪੈਰੇਟਿਵਲੀ ਵੈਰੀ ਫਲੈਕਸੀਬਲ ਹੁੰਦੇ ਆ ਐਜ਼ ਕੰਪੇਅਰ ਟੂ ਫਾਰਮਲ ਆਰਗੇਨਾਈਜੇਸ਼ਨ ਦੇ। ਦੈਨ ਕੀ ਹੈ ਬਿਹੇਵੀਅਰ, ਫਾਰਮਲ ਆਰਗੇਨਾਈਜੇਸ਼ਨ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੁੰਦਾ ਹੈ, ਜਿਹੜੀ ਮੈਨੇਜਮੈਂਟ ਇਨ ਫੋਰਸਿਸ, ਇਸ ਵਿੱਚ ਕੀ ਕਹਿੰਦਾ ਮੈਨੇਜਮੈਂਟ ਇਨ ਫੋਰਸਿਸ ਮਤਲਬ ਲਾਗੂ ਕਰ ਸਕਦੀ ਹੈ ਦਾ ਪਾਰਟੀਕੂਲਰ ਬਿਹੇਵੀਅਰ ਥਰੂ ਰੂਲਸ ਐਂਡ ਪ੍ਰੋਸੀਜਰਸ ਐਂਡ ਸਿਸਟਮ, ਕਿਸੇ ਵੀ ਤਰ੍ਹਾਂ ਦਾ ਬਿਹੇਵੀਅਰ ਚਾਹੁੰਦੀ ਹੈ ਮੈਨੇਜਮੈਂਟ ਦਾ ਉਹ ਰੂਲਸ ਅਤੇ ਪ੍ਰੋਸੀਜਰਸ ਦੀ ਮਦਦ ਨਾਲ ਇੰਪਲਾਈ ਕਰ ਸਕਦੀ ਹੈ, ਮਤਲਬ ਉਹਨਾਂ 'ਤੇ ਇਨਫੋਰਸ ਕਰ ਸਕਦੀ ਹੈ, ਉਹਨਾਂ ਦਾ ਮਜਬੂਰ ਉਹਨਾਂ ਨੂੰ ਕਰ ਸਕਦੀ ਹੈ ਅਚੀਵ ਕਰਨ ਵਾਸਤੇ। ਬਿਹੇਵੀਅਰ ਆਫ ਏ ਮੈਂਬਰ ਇਜ਼ ਡੈਟਰਮਾਈਨਡ ਬਾਏ, ਜਿਹੜੇ ਇਹਦੇ ਵਿੱਚ ਮੈਂਬਰਸ ਹੁੰਦੇ ਉਹਨਾਂ ਦੇ ਬਿਹੇਵੀਅਰ ਕਿਵੇਂ ਡੈਟਰਮਾਈਨ ਕੀਤਾ ਜਾਂਦਾ, ਵੈਲਿਊਜ਼, ਉਹਨਾਂ ਦੇ ਨੈਤਿਕ ਵੈਲਿਊਜ਼ ਕੀ ਹੈ, ਉਹਨਾਂ ਦੇ ਕੀ ਵਿਸ਼ਵਾਸ ਨੇ, ਐਟੀਟਿਊਡਸ ਆਫ ਅਦਰ ਮੈਂਬਰਸ 'ਤੇ ਡਿਪੈਂਡ ਕਰਦਾ ਹੈ। ਦੈਨ ਕੀ ਹੈ ਕਮਿਊਨੀਕੇਸ਼ਨ, ਇਹਦੇ ਵਿੱਚ ਕੀ ਹੁੰਦਾ ਫਾਰਮਲ ਆਰਗੇਨਾਈਜੇਸ਼ਨ ਵਿੱਚ ਪ੍ਰਸਕ੍ਰਾਈਬਡ ਚੈਨਲ ਮਤਲਬ ਸਿਲੈਕਟਡ ਹੁੰਦਾ ਵਾ ਜਿਹੜਾ ਚੈਨਲ ਜਿਹਦੇ ਕਮਿਊਨੀਕੇਸ਼ਨ ਹੋਣੀ ਹੈ, ਜਿਵੇਂ ਕਿ ਸਕੈਲਰਸ਼ੈਨ, ਇਹਦੇ ਵਿੱਚ ਨੋ ਪ੍ਰਸਕ੍ਰਾਈਬਡ ਚੈਨਲ ਆਫ ਕਮਿਊਨੀਕੇਸ਼ਨ, ਕਿਸੇ ਤਰ੍ਹਾਂ ਦਾ ਚੈਨਲ ਪ੍ਰਸਕ੍ਰਾਈਬ ਨਹੀਂ ਹੁੰਦਾ ਵੀ ਇਹ ਆਪਾਂ ਕਮਿਊਨੀਕੇਸ਼ਨ ਲਈ ਵਰਤਣਾ ਹੈ। ਕਿਸੇ ਵੀ ਤਰ੍ਹਾਂ ਦੀ ਵੇਗ ਵਿੱਚ ਹੁੰਦੀ ਕਮਿਊਨੀਕੇਸ਼ਨ, ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨਾਲ ਵੀ ਕਮਿਊਨੀਕੇਸ਼ਨ ਕਰ ਸਕਦਾ ਹੈ। ਨੰਬਰ 10 'ਤੇ ਕੀ ਹੈ ਅਬੋਲਿਸ਼ਨ, ਮਤਲਬ ਖਤਮ ਕਰਨਾ, ਜਿਹੜੀ ਕਿ ਫਾਰਮਲ ਆਰਗੇਨਾਈਜੇਸ਼ਨ ਹੁੰਦੀ ਉਹ ਕਦੇ ਵੀ ਟਾਈਮ ਮਤਲਬ ਐਨੀ ਟਾਈਮ ਅਬੋਲਿਸ਼ ਕੀਤੀ ਜਾ ਸਕਦੀ ਹੈ, ਮੈਨੇਜਮੈਂਟ ਦੁਆਰਾ ਖਤਮ ਕੀਤੀ ਜਾ ਸਕਦੀ ਹੈ ਆਰਗੇਨਾਈਜੇਸ਼ਨ ਵਿੱਚੋਂ। ਕੈਨ ਨਾਟ ਬੀ ਵਾਈਪਡ ਆਫ ਦਾ ਮਤਲਬ ਕੀ ਹੈ ਵੈਨਿਸ਼ਡ ਕਰਨਾ, ਖਤਮ ਕਰਨਾ।
ਐਟ ਦ ਡਿਜ਼ਾਇਰ ਆਫ ਮੈਨੇਜਮੈਂਟ ਦੀ ਡਿਜ਼ਾਇਰ 'ਤੇ ਕਰਕੇ ਵੀ ਉਹ ਇਨਫੋਰਮਲ ਆਰਗੇਨਾਈਜੇਸ਼ਨ ਇਨਫੋਰਮਲ ਰਿਲੇਸ਼ਨਸ਼ਿਪਸ ਆ ਕਿਸੇ ਮਤਲਬ ਇੰਪਲੋਇਜ਼ ਵਿੱਚ ਆ ਉਹ ਲਾਈਕਸ ਕਰਦੇ ਆ ਇੱਕ ਦੂਜੇ ਨੂੰ ਉਹਨਾਂ ਦੇ ਮਤਲਬ ਕੰਮਾਂ ਨੂੰ ਲਾਈਕਸ ਕਰਦੇ ਆ ਇਮੋਸ਼ਨਸ ਉਹਨਾਂ ਦੇ ਰਲਦੇ ਆ ਤਾਂ ਉਹ ਇਸ ਮਤਲਬ ਉਹਨਾਂ ਦੇ ਵਿੱਚ ਫਿੱਕਾਪਣ ਪੈਦਾ ਕਦੇ ਵੀ ਨਹੀਂ ਕਰ ਸਕਦੇ ਮੈਨੇਜਮੈਂਟ ਚਾਹੁੰਦੇ ਹੋਏ ਵੀ। ਦੈਨ 11 ਨੰਬਰ 'ਤੇ ਕੀ ਅਥੋਰਿਟੀ ਅਧਿਕਾਰ ਜਿਹੜਾ ਕੀ ਆ ਇਟ ਗਿਵਸ ਫਾਰਮਲ ਅਥੋਰਿਟੀ ਮਤਲਬ ਜਿਹੜੇ ਇੱਕ ਤਰ੍ਹਾਂ ਦੀ ਖਾਸ ਅਥੋਰਿਟੀ ਕੌਣ ਪ੍ਰੋਵਾਈਡ ਕਰਦੀ ਫਾਰਮਲ ਆਰਗੇਨਾਈਜੇਸ਼ਨ ਟੂ ਐਵਰੀ ਪਰਸਨ ਇਨ ਪੋਜੀਸ਼ਨ ਮਤਲਬ ਜਿਵੇਂ ਮੈਨੇਜਰ ਐਗਜ਼ਾਮਪਲ ਮੈਨੇਜਰ ਇਟ ਗਿਵਸ ਇਨਫਾਰਮਲ ਅਥੋਰਿਟੀ ਟੂ ਇਟਸ ਮੈਂਬਰਸ ਮਤਲਬ ਉਹ ਆਪਣੇ ਆਪਦੇ ਵਿੱਚੋਂ ਅਥੋਰਿਟੀ ਨੂੰ ਚੁਣ ਸਕਦੇ ਨੇ। ਨੰਬਰ 12 ਕੀ ਹੈ ਬੇਸਿਸ ਆਧਾਰ ਕੀ ਹੁੰਦਾ ਜਿਹੜੇ ਫਾਰਮਲ ਆਰਗੇਨਾਈਜੇਸ਼ਨ ਉਹ ਕੀ ਹੈ ਕਿਹਦੇ ਪ੍ਰਿੰਸੀਪਲ 'ਤੇ ਹੁੰਦੀ ਹੈ ਟਿਕੀ ਡੈਲੀਗੇਸ਼ਨ ਆਫ ਅਥੋਰਿਟੀ ਮਤਲਬ ਇਸ ਵਿੱਚ ਉਨੀ ਅਥੋਰਿਟੀ ਦਿੱਤੀ ਜਾਂਦੀ ਹੈ ਜਿੰਨੀ ਕਿ ਉਸ ਨੂੰ ਕੰਮ ਕਰਨ ਲਈ ਕਿਸੇ ਵੀ ਇੰਪਲੋਈ ਨੂੰ ਚਾਹੀਦੀ ਹੈ। ਬੇਸਡ ਔਨ ਕਾਮਨ ਇੰਟਰਸਟ ਲਾਈਕਸ ਐਂਡ ਡਿਸਲਾਈਕਸ ਵਿੱਚ ਬੇਸਡ ਹੁੰਦੀ ਹੈ ਜਿਹੜੀ ਇਹਦੀ ਅਥੋਰਿਟੀ ਹੁੰਦੀ ਹੈ ਇਹਦਾ ਬੇਸਿਸ ਕੀ ਹੁੰਦਾ ਵਾ ਜਿਹੜੀਆਂ ਲਾਈਕਸ ਅਤੇ ਡਿਸਲਾਈਕਸ ਕਰਕੇ ਹੀ ਇਨਫੋਰਮਲ ਆਰਗੇਨਾਈਜੇਸ਼ਨ ਹੋਂਦ ਵਿੱਚ ਆਉਂਦੀਆਂ ਨੇ। ਦੈਨ ਕੀ ਆਰਗੇਨਾਈਜੇਸ਼ਨ ਚਾਰਟ ਇਹਦੇ ਵਿੱਚ ਜਿਹੜੇ ਸ਼ੋਨ ਥਰੂ ਆਰਗੇਨਾਈਜੇਸ਼ਨ ਚਾਰਟਸ ਦੁਆਰਾ ਸ਼ੋਅ ਕੀਤੇ ਜਾ ਸਕਦੇ ਨੇ ਅਤੇ ਜਿਹੜੀ ਇਨਫੋਰਮਲ ਕਮਿਊਨੀਕੇਸ਼ਨ ਆ ਜਾਂ ਆਰਗੇਨਾਈਜੇਸ਼ਨ ਇਹ ਕਿਸੇ ਵੀ ਤਰ੍ਹਾਂ ਆਪਾਂ ਸ਼ੋਨ ਨਹੀਂ ਕਰ ਸਕਦੇ ਐਨੀ ਚਾਰਟ ਦੀ ਮਦਦ ਨਾਲ। ਦੈਨ ਕੀ ਆ ਰੂਲਸ ਐਂਡ ਰੈਗੂਲੇਸ਼ਨਸ ਇਹਦੇ ਵਿੱਚ ਰਿਟਨ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਉਹਦੇ ਵਿੱਚ ਨੋ ਰੂਲਸ ਐਂਡ ਰੈਗੂਲੇਸ਼ਨਸ ਕਿਸੇ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨ ਨਹੀਂ ਵਰਤੇ ਜਾਂਦੇ। ਐਟ ਦੈਨ ਸ਼ੇਅਰ ਕਮੈਂਟ ਲਾਈਕ the video of course don't forget to subscribe our channel stay home stay safe thank you have a nice day ahead।